बहुत ही प्यारे विद्यार्थियों, ਅੱਜ ਅਸੀਂ ਕਰਾਂਗੇ ਕਲਾਸ 8th ਚੈਪਟਰ 1 ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਕੁਇਜ਼ ਨੰਬਰ 2। ਸੋ ਇਸ ਪਾਠ ਦੇ 2 ਕੁਇਜ਼ ਸੀ। ਇੱਕ ਭਾਗ ਅਸੀਂ ਪਹਿਲਾਂ ਕਰ ਚੁੱਕੇ ਹਾਂ, ਇਹ ਦੂਸਰਾ ਭਾਗ ਹੈ। ਸੋ ਆਓ ਇਸ ਨੂੰ ਹੱਲ ਕਰਦੇ ਹਾਂ। ਖਰੀਫ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ? ਖਰੀਫ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ? ਸੋ ਇਸ ਦਾ ਉੱਤਰ ਹੈ ਵਰਖਾ ਰੁੱਤ ਦੇ ਵਿੱਚ। ਸੋ ਅਗਲਾ ਪ੍ਰਸ਼ਨ, ਕਣਕ ਦੀ ਫਸਲ ਨੂੰ ਫਸਲਾਂ ਦੇ ਕਿਸ ਵਰਗ ਵਿੱਚ ਰੱਖੋਗੇ? ਰੱਬੀ ਦੀ ਫਸਲ, ਖਰੀਫ ਦੀ ਫਸਲ, ਸੋਕੇ ਦੀ ਫਸਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਕਣਕ ਦੀ ਫਸਲ ਰੱਬੀ ਦੀ ਫਸਲ ਹੁੰਦੀ ਹੈ। ਸੋ ਹੁਣ 18ਵੇਂ ਪ੍ਰਸ਼ਨ ਤੇ ਚੱਲਦੇ ਹਾਂ। 2,4D ਇੱਕ ਕਿਸਮ ਦੀ ਡੈਸ਼ ਹੈ। ਇਹ ਇੱਕ ਕਿਸਮ ਦੀ ਡੈਸ਼ ਹੈ। ਨਦੀਨਨਾਸ਼ਕ, ਦੇਸੀ ਖਾਦ, ਕੀਟਨਾਸ਼ਕ ਜਾਂ ਰਸਾਇਣਿਕ ਖਾਦ। ਸੋ ਇਹ ਇੱਕ ਕਿਸਮ ਦੀ ਨਦੀਨਨਾਸ਼ਕ ਹੈ। ਸੋ ਪਹਿਲਾ ਆਪਸ਼ਨ ਇਸ ਦਾ ਸਹੀ ਉੱਤਰ ਹੈ। ਅਗਲਾ ਹੈਗਾ 19ਵਾਂ ਪ੍ਰਸ਼ਨ, ਸਿੰਚਾਈ ਦੀ ਕੀ ਮਹੱਤਤਾ ਹੈ? ਸਿੰਚਾਈ ਦੀ ਕੀ ਮਹੱਤਤਾ ਹੈ? ਬੀਜ ਦਾ ਪੁੰਗਰਨਾ ਸੰਭਵ ਕਰਨਾ, ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰੇਕ ਅੰਗ ਤੱਕ ਪਹੁੰਚਾਉਣਾ, ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਣਾ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੈ ਬੱਚਿਓ ਉਪਰੋਕਤ ਸਾਰੇ। ਸੋ ਚੌਥਾ ਭਾਗ ਇਸ ਦਾ ਸਹੀ ਉੱਤਰ ਹੈ। ਅੱਗੇ 20ਵਾਂ ਪ੍ਰਸ਼ਨ, ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾ ਕਾਰਗਰ ਹੁੰਦਾ ਹੈ? ਰਸਾਇਣਿਕ ਖਾਦਾਂ ਦਾ ਉਪਯੋਗ, ਫਸਲੀ ਚੱਕਰ, ਤੁਪਕਾ ਪ੍ਰਣਾਲੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ 20ਵੇਂ ਦਾ ਸਹੀ ਉੱਤਰ ਹੈ ਫਸਲੀ ਚੱਕਰ, ਜਾਣੀ ਕਿ ਦੂਸਰਾ ਉੱਤਰ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਫਸਲਾਂ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਪਾਣੀ ਦਾ ਪ੍ਰਦੂਸ਼ਣ, ਦੂਜਾ ਅਤੇ ਤੀਜਾ ਦੋਵੇਂ। ਸੋ ਇਸ ਦਾ ਉੱਤਰ ਹੈ ਦੂਜਾ ਅਤੇ ਤੀਜਾ ਦੋਵੇਂ, ਭਾਵ ਕਿ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ ਹੁੰਦਾ ਹੈ ਅਤੇ ਪਾਣੀ ਦਾ ਪ੍ਰਦੂਸ਼ਣ ਵੀ ਹੁੰਦਾ ਹੈ। ਅਗਲਾ ਪ੍ਰਸ਼ਨ, ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਦੇਸੀ ਖਾਦ ਵਿੱਚ, ਵਰਮੀ ਕੰਪੋਜ਼ਿਟ ਵਿੱਚ, ਰਸਾਇਣਿਕ ਖਾਦ ਵਿੱਚ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੈ ਬੱਚਿਓ ਰਸਾਇਣਿਕ ਖਾਦ ਵਿੱਚ। ਪ੍ਰਸ਼ਨ 23ਵਾਂ, ਸਲੀਮ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚ ਮਿੱਟੀ ਨੂੰ ਪੋਲਾ ਕਰਦੇ ਹੋਏ ਵੇਖ ਕੇ ਪੁੱਛਿਆ ਕਿ ਮਿੱਟੀ ਨੂੰ ਪੋਲਾ ਕਿਉਂ ਕੀਤਾ ਜਾਂਦਾ ਹੈ? ਸਲੀਮ ਦੇ ਪਿਤਾ ਜੀ ਨੇ ਉੱਤਰ ਦਿੱਤਾ, ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧੱਸ ਸਕਦੀਆਂ ਹਨ। ਪੋਲੀ ਮਿੱਟੀ ਪੌਦਿਆਂ ਦੀਆਂ ਜੜ੍ਹਾਂ ਨੂੰ ਆਸਾਨੀ ਨਾਲ ਸਾਹ ਲੈਣ ਵਿੱਚ ਮਦਦ ਕਰਦੀ ਹੈ। ਪੋਲੀ ਮਿੱਟੀ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵਧਣ ਅਤੇ ਫੁੱਲਣ ਵਿੱਚ ਮਦਦ ਕਰਦੀ ਹੈ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੈ ਉਪਰੋਕਤ ਸਾਰੇ। ਸੋ ਚੌਥਾ ਇਸ ਦਾ ਸਹੀ ਉੱਤਰ ਹੈ ਬੱਚਿਓ। ਅੱਗੇ ਹੈ 24ਵਾਂ ਪ੍ਰਸ਼ਨ, ਇੱਕ ਔਜ਼ਾਰ ਜੋ ਨਦੀਨ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ ਤੇ ਉਸ ਨੂੰ ਕੀ ਕਹਿੰਦੇ ਨੇ? ਉਸ ਨੂੰ ਕਹਿੰਦੇ ਨੇ ਕਰੰਡੀ। ਸੋ ਪਹਿਲਾ ਉੱਤਰ ਠੀਕ ਹੈ, ਜਾਣੀ ਕਿ ਪਹਿਲੀ ਆਪਸ਼ਨ ਠੀਕ ਉੱਤਰ ਹੈ। ਅਗਲਾ ਪ੍ਰਸ਼ਨ, ਦਾਣਿਆਂ ਨੂੰ ਧੁੱਪ ਵਿੱਚ ਕਿਉਂ ਸੁਕਾਇਆ ਜਾਂਦਾ ਹੈ? ਦਾਣਿਆਂ ਨੂੰ ਧੁੱਪ ਵਿੱਚ ਕਿਉਂ ਸੁਕਾਇਆ ਜਾਂਦਾ ਹੈ? ਦਾਣਿਆਂ ਵਿੱਚ ਨਮੀ ਘਟ ਜਾਵੇ, ਦਾਣਿਆਂ ਵਿੱਚ ਜੀਵਾਣੂ ਅਤੇ ਉੱਲੀਆਂ ਪੈਦਾ ਹੋਣ, ਦਾਣਿਆਂ ਵਿੱਚ ਜੀਵਾਣੂ ਅਤੇ ਉੱਲੀਆਂ ਪੈਦਾ ਨਾ ਹੋਣ, ਜਾਂ ਦਾਣਿਆਂ ਵਿੱਚ ਨਮੀ ਸੁੱਕ ਜਾਵੇ ਅਤੇ ਦਾਣਿਆਂ ਵਿੱਚ ਜੀਵਾਣੂ ਅਤੇ ਉੱਲੀਆਂ ਪੈਦਾ ਨਾ ਹੋਣ। ਸੋ ਇਸ ਦਾ ਸਹੀ ਉੱਤਰ ਹੈ ਬੱਚਿਓ ਚੌਥਾ, ਕਿ ਦਾਣਿਆਂ ਵਿੱਚ ਨਮੀ ਸੁੱਕ ਜਾਵੇ ਅਤੇ ਦਾਣਿਆਂ ਵਿੱਚ ਜੀਵਾਣੂ ਅਤੇ ਉੱਲੀਆਂ ਪੈਦਾ ਨਾ ਹੋਣ।
ਅੱਗੇ ਹੈਗਾ 26ਵਾਂ ਪ੍ਰਸ਼ਨ। 26ਵਾਂ ਪ੍ਰਸ਼ਨ ਹੈ ਕਿ ਰੂੜੀ ਦੀ ਖਾਦ ਕਿਹੜੇ ਪਦਾਰਥ ਨਾਲ ਬਣਦੀ ਹੈ? ਰੂੜੀ ਦੀ ਖਾਦ ਕਿਹੜੇ ਪਦਾਰਥ ਨਾਲ ਬਣਦੀ ਹੈ? ਅਕਾਰਬਨਿਕ ਪਦਾਰਥ, ਕਾਰਬਨਿਕ ਪਦਾਰਥ, ਜਾਂ ਦੋਵੇਂ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੈ ਬੱਚਿਓ ਕਾਰਬਨਿਕ ਪਦਾਰਥ, ਯਾਨੀ ਕਿ ਦੂਸਰੀ ਆਪਸ਼ਨ ਇਸ ਦਾ ਠੀਕ ਉੱਤਰ ਹੈ। ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਕਿਹੜੀ ਖਾਦ ਭੂਮੀ ਦੇ ਪਾਣੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਕਰਦੀ ਹੈ? ਰੂੜੀ ਖਾਦ, ਰਸਾਇਣਿਕ ਖਾਦ, ਦੋਵੇਂ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਸਹੀ ਉੱਤਰ ਹੈ ਰੂੜੀ ਦੀ ਖਾਦ, ਯਾਨੀ ਕਿ ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਹੈ। 28ਵਾਂ ਪ੍ਰਸ਼ਨ, ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਮੌਜੂਦ ਗੰਢਾਂ ਵਿੱਚ ਰਹਿਣ ਵਾਲੇ ਸੂਖਮ ਜੀਵ ਦਾ ਨਾਮ ਦੱਸੋ। ਉਸ ਦਾ ਨਾਮ ਹੈ ਰਾਈਜ਼ੋਬੀਅਮ, ਪ੍ਰੋਟੋਜੋਆ, ਉੱਲੀ, ਜਾਂ ਉਪਰੋਕਤ ਕੋਈ ਨਹੀਂ। ਸੋ ਇਸ ਦਾ ਸਹੀ ਉੱਤਰ ਹੈ ਰਾਈਜ਼ੋਬੀਅਮ। 29ਵਾਂ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜੀ ਖਾਦ ਭੂਮੀ ਨੂੰ ਮੱਲੜ ਨਹੀਂ ਪ੍ਰਦਾਨ ਕਰਦੀ? ਇਹਨਾਂ ਵਿੱਚੋਂ ਕਿਹੜੀ ਖਾਦ ਭੂਮੀ ਨੂੰ ਮੱਲੜ ਨਹੀਂ ਪ੍ਰਦਾਨ ਕਰਦੀ? ਸੋ ਇਸ ਦਾ ਸਹੀ ਉੱਤਰ ਹੈ, ਪਹਿਲਾ ਆਪਸ਼ਨ ਪੜ੍ਹ ਲੈਂਦੇ ਹਾਂ, ਰੂੜੀ ਖਾਦ, ਰਸਾਇਣਿਕ ਖਾਦ, ਦੋਵੇਂ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਸਹੀ ਉੱਤਰ ਹੈ ਰਸਾਇਣਿਕ ਖਾਦ। 30ਵਾਂ ਪ੍ਰਸ਼ਨ, ਰੇਤਲੀ ਮਿੱਟੀ ਵਾਲੇ ਇਲਾਕੇ ਵਿੱਚ ਸਿੰਚਾਈ ਲਈ ਜ਼ਿਆਦਾ ਕਿਹੜੀ ਪ੍ਰਣਾਲੀ ਵਰਤੀ ਜਾਂਦੀ ਹੈ? ਤੁਪਕਾ ਸਿੰਚਾਈ ਪ੍ਰਣਾਲੀ, ਫੁਆਰਾ ਸਿੰਚਾਈ ਪ੍ਰਣਾਲੀ, ਘਿਰਨੀ ਪ੍ਰਣਾਲੀ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੈ ਆਪਸ਼ਨ ਦੂਸਰਾ, ਫੁਹਾਰਾ ਸਿੰਚਾਈ ਪ੍ਰਣਾਲੀ। ਸੋ ਪਿਆਰੇ ਬੱਚਿਓ, ਇਹ ਸੀ ਕੁਇਜ਼ ਦੇ 15 ਪ੍ਰਸ਼ਨ। ਸੋ ਇਹ ਤੁਸੀਂ ਜੇ ਕੁਇਜ਼ ਆਪ ਵੀ ਹੱਲ ਕਰਨਾ ਹੋਵੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ, ਯਾਨੀ ਕਿ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਦਿੱਤਾ ਗਿਆ ਹੈ। ਤੁਸੀਂ ਉਸ ਲਿੰਕ ਤੋਂ ਇਸ ਕੁਇਜ਼ ਨੂੰ ਆਪ ਹੱਲ ਕਰਕੇ ਵੀ ਦੇਖ ਸਕਦੇ ਹੋ। ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ। ਇਹੋ ਜਿਹੀਆਂ ਵੀਡੀਓ ਲੈ ਕੇ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ।